ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਅਨਹਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜਿयो। ਫਿਰ ਕਰ ਆਪਣੇ ਗ੍ਰਹਿ में आया, जो लोड़ींदा सोई पाया। तृप्त अकाए रहा है संतो, गुर अनुभव पुरख दिखारिया जियो। आपे राजन आपे लोगा, आप निर्वाणी आपे भोगा। आपे तख्त भय सच न्याई, सब चूकी कूक पुकारे जियो। जेहा डिठा मैं तेहो कया, तिस रस आया जिन भेद लया। ज्योति जोत मिली सुख पाया, जन नानक एक पसारे जियो। जेहा डिठा मैं तेहो कया, तिस रस आया जिन भेद लया। ज्योति जोत मिली सुख पाया, ਜਨ ਨਾਨਕ ਇੱਕ ਪਸਾਰਿਆ ਜਿਓ। ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦਾ ਆਤਮ ਮੰਡਲ ਦਾ ਵਾਜਾ ਵੱਜ ਰਿਹਾ ਹੈ। ਮੇਰਾ ਮਨ ਆਤਮਕ ਅਡੋਲਤਾ ਵਿੱਚ ਟਿਕ ਕੇ ਸੁਖਦਾਇਕ ਅਵਸਥਾ ਵਿੱਚ ਆ ਗਿਆ ਹੈ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਆਨੰਦਪੂਰਵਕ ਮੌਜ ਮਨਾ ਰਿਹਾ ਹਾਂ ਅਤੇ ਸਤਿਗੁਰ ਦੀ ਮਿਹਰ ਨਾਲ ਮੈਂ ਆਤਮਕ ਅਡੋਲਤਾ ਰੂਪ ਗੁਫਾ ਵਿੱਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿੱਚ ਸੋਹਣਾ ਟਿਕਾਣਾ ਬਣਾ ਲਿਆ ਹੈ। ਭਾਵ ਤਿੰਨਾਂ ਗੁਣਾ ਰਜੋ ਸਤੋ ਤਮੋ ਤੋਂ ਉੱਚਾ ਸ਼ੇਸ਼ ਆਸਣ ਜਮਾਇਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੁਣ ਮੇਰਾ ਮਨ ਅਨੇਕ ਪ੍ਰਕਾਰ ਦੀਆਂ ਸਾਧਨਾ ਪ੍ਰਾਣੀਆਂ ਤੋਂ ਫਿਰ ਫਰਾ ਕੇ ਮੈਂ ਆਪਣੇ ਆਤਮ ਸਰੂਪ ਵਿੱਚ ਆ ਟਿਕਿਆ ਹਾਂ। ਜਿਹੜੀ ਆਤਮਿਕ ਸ਼ਾਂਤੀ ਮੈਨੂੰ ਚਾਹੀਦੀ ਸੀ ਉਹੀ ਮੈਂ ਪ੍ਰਾਪਤ ਕਰ ਲਈ ਹੈ। ਹੇ ਸੰਤ ਜਨੋ, ਮੇਰਾ ਮਨ ਦੁਨੀਆ ਦੀਆਂ ਵਾਸਨਾਵਾਂ ਵੱਲੋਂ ਪੂਰਨ ਤੌਰ 'ਤੇ ਰੱਜ ਚੁੱਕਾ ਹੈ ਅਤੇ ਗੁਰੂ ਨੇ ਮੈਨੂੰ ਆਤਮਕ ਚਾਨਣ ਦੇ ਕੇ ਸਭ ਵਿੱਚ ਵਿਆਪਕ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਹੈ, ਜਿਸ ਦੇ ਫਲਸਰੂਪ ਮੇਰਾ ਮਨ ਪੂਰੀ ਤਰ੍ਹਾਂ ਤ੍ਰਿਪਤ ਹੋ ਗਿਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਦਿਸ ਪਿਆ ਹੈ ਕਿ ਪ੍ਰਭੂ ਆਪ ਹੀ ਪਾਤਸ਼ਾਹ ਹੈ ਅਤੇ ਆਪ ਹੀ ਪਰਜਾ ਹੈ। ਪ੍ਰਭੂ ਵਾਸਨਾ ਰਹਿਤ ਵੀ ਹੈ ਅਤੇ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ। ਭਾਵ ਆਪ ਹੀ ਤਿਆਗੀ ਹੈ ਅਤੇ ਆਪ ਹੀ ਭੋਗਣ ਵਾਲਾ ਹੈ। ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉੱਤੇ ਬੈਠਾ ਹੋਇਆ ਹੈ ਅਤੇ ਸੱਚਾ ਨਿਆਂ ਕਰ ਰਿਹਾ ਹੈ। ਇਸ ਵਾਸਤੇ ਸੁੱਖ ਆਵੇ ਚਾਹੇ ਦੁੱਖ ਵਾਪਰੇ, ਮੇਰੀ ਸਾਰੀ ਗਿਲਾ ਗੁਜ਼ਾਰੀ, ਕੂਕ ਪੁਕਾਰ ਅਤੇ ਗੁਹਾਰ ਮੁੱਕ ਗਈ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ ਨੂੰ ਜਿਸ ਸਰਵ ਵਿਆਪਕ ਰੂਪ ਵਿੱਚ ਵੇਖਿਆ ਹੈ
ਉਹੋ ਜਿਹਾ ਬਿਆਨ ਕਰ ਦਿੱਤਾ ਹੈ। ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ, ਉਸ ਨੂੰ ਪਰਮਾਤਮਾ ਦੇ ਮਿਲਾਪ ਦਾ ਸੰਜੋਗ, ਆਨੰਦ ਰਸ ਆਉਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ। ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਉਸ ਨੂੰ ਸਿਰਫ ਪਰਮਾਤਮਾ ਹੀ ਸਾਰੇ ਜਗਤ ਵਿੱਚ ਵਿਆਪਦਾ ਦਿਸਦਾ ਹੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰੂ ਜੀ ਦੇ ਸ਼ਬਦ ਵਿੱਚ ਜੁੜ ਜਾਣ ਨਾਲ ਆਨੰਦਮਈ ਸਥਿਤੀ ਪੈਦਾ ਹੋ ਜਾਂਦੀ ਹੈ। ਅਨਹਦ ਸ਼ਬਦ ਦਾ ਆਨੰਦ ਮਾਣਨ ਲਈ ਅਵਸਥਾ ਦੀ ਲਗਤਾ ਬਾਰੇ ਲੋੜ ਵਾਲੀ ਜਾਣਕਾਰੀ ਹਰ ਇੱਕ ਗੁਰਮੁਖ ਜਗਿਆਸੂ ਨਹੀਂ ਦੇ ਸਕਦਾ, ਕਿਉਂਕਿ ਇਹ ਸਿਰਫ ਕਥਨੀ ਵਾਲੀ ਅਵਸਥਾ ਨਹੀਂ, ਇਸ ਦਾ ਸਹੀ ਗਿਆਨ ਪੁੱਗੇ ਹੋਏ ਨਾਮ ਅਭਿਆਸੀਆਂ ਨੂੰ ਹੀ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਕਿਤਾਬੀ ਦੁਨੀਆ ਦੀ ਗੱਲ ਨਹੀਂ ਕਰ ਰਹੇ। ਆਪ ਤਾਂ ਸਹਿਜ ਗੁਫਾ ਵਿੱਚ ਲਾਈ ਸਮਾਧੀ ਅਤੇ ਆਸਣ ਊਚ ਸਵਾਰਿਆ ਜੀਓ ਦਾ ਅਨੂਠਾ ਰੰਗ ਮਾਨਣ ਮਗਰੋਂ ਵਰਣਨ ਕਰ ਰਹੇ ਹਨ ਕਿ ਇਹ ਸਹਿਜ ਗੁਫਾ ਅਨੁਭਵ ਪ੍ਰਕਾਸ਼ ਦੀ ਨਗਰੀ ਹੈ। ਇੱਥੇ ਅਨਹਦ ਸ਼ਬਦ ਦਿਨ ਰਾਤ ਵੱਜਦਾ ਰਹਿੰਦਾ ਹੈ, ਪਰ ਇਹ ਸ਼ਬਦ ਸਥੂਲ ਕੰਨਾਂ ਨਾਲ ਸੁਣਨ ਵਾਲਾ ਨਹੀਂ ਹੈ, ਨਾ ਹੀ ਸਵਾਸਾਂ ਦੀ ਵਿਸ਼ੇਸ਼ ਸਾਧਨਾ ਦੁਆਰਾ ਹੱਠ ਪਰਾਇਣ ਹੋ ਕੇ ਪੈਦਾ ਕੀਤੀ ਕਲਪਤ ਦੀ ਆਵਾਜ਼ ਹੈ। ਇਹ ਸ਼ਬਦ ਨਾ ਮਨ ਦੇ ਅਧੀਨ ਹੈ, ਨਾ ਮਤ ਦੇ। ਉਸ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਭਾਵ ਇਹ ਸ਼ਬਦ ਪਰਮਾਤਮਾ ਵਿੱਚ ਅਭੇਦ ਹੈ। ਫਿਰ ਇਹ ਸਦੀਵੀ ਦਿਦਾਰੇ ਕੇਵਲ ਹਿਰਦੇ ਰੂਪ ਗੁਫਾ ਵਿੱਚ ਹੀ ਨਹੀਂ, ਕੁਦਰਤ ਦੇ ਜ਼ਰੇ ਜ਼ਰੇ 'ਚ ਹੁੰਦੇ ਹਨ। ਉਹਨਾਂ ਨੂੰ ਉਪਰੋਕਤ ਗਿਆਨ ਰਾਹੀਂ ਨਿਸ਼ਚਾ ਹੋ ਜਾਂਦਾ ਹੈ। ਗੁਰਸਿੱਖਾਂ ਦਾ ਪ੍ਰਯੋਜਨ ਸ਼ਬਦ ਸੁਰਤ ਦੁਆਰਾ ਸਹਿ ਸਮਾਧੀ ਰਾਹੀਂ ਕੇਵਲ ਸਤਿਪੁਰਖ ਵਿੱਚ ਲੀਨ ਹੋਣਾ ਹੁੰਦਾ ਹੈ। ਜਿਹਾ ਡਿੱਠਾ ਮੈਂ ਤੇ ਹੋ ਕਹਿਓ ਅਤੇ ਗੁਰੂ ਅਨਭਉ ਪੁਰਖ ਦਿਖਾਰਿਆ ਜੀਓ ਉਚਾਰ ਕੇ ਗੁਰੂ ਸਾਹਿਬ ਨੇ ਸਿੱਖਾਂ ਦਾ ਕੇਵਲ ਨਿਸ਼ਚਾ ਹੀ ਨਹੀਂ ਬਣਾਇਆ, ਸਗੋਂ ਅਨਹਦ ਵਾਜੇ ਸਹਿਜ ਸੁਹੇਲਾ ਦੇ ਰਹੱਸਮਈ ਅਨੁਭਵ ਨੂੰ ਵੀ ਪ੍ਰਗਟ ਕੀਤਾ ਹੈ। ਇਸ ਅਚਰਜ ਗੁਫਾ ਵਿੱਚ ਬਸੇਰਾ ਕਰਨ ਵਾਸਤੇ ਪ੍ਰਭੂ ਭਗਤੀ ਵਾਲੇ ਗੁਣ ਰਹਿਣ ਕਰਨੇ ਜ਼ਰੂਰੀ ਹਨ। ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਦੀ ਪਹਿਲੀ ਪੌੜੀ ਆਪਾ ਭਾਵ ਦਾ ਤਿਆਗ ਅਤੇ ਫਿਰ ਇਸ ਅਭਿਆਸ ਨਾਲ ਹਿਰਦੇ ਅੰਦਰ ਉਪਜਿਆ ਵਿਕਾਸ ਅਥਵਾ ਗਿਆਨ ਰੂਪ ਚਾਨਣ ਹੀ ਚਾਨਣ ਮਾਨੋ ਅੰਦਰ ਮੁਸਕ ਝਕੋਲਿਆ ਵਾਲੀ ਸਥਿਤੀ ਹੋ ਨਿਬੜਦਾ ਹੈ। ਸੋ ਸਹਿਜ ਸੁਹੇਲਾ ਕੇਵਲ ਉਹੀ ਵਿਅਕਤੀ ਹੋ ਸਕਦਾ ਹੈ ਜਿਹੜਾ ਗੁਰੂ ਉਪਦੇਸ਼ ਦੁਆਰਾ ਇਸ ਗੁਫਾ ਦਾ ਭੇਤੀ ਬਣ ਜਾਂਦਾ ਹੈ। ਇਸ ਗੁਫਾ ਦਾ ਭੇਤੀ ਸਹਿਜ ਸਮਾਧੀ ਵਿੱਚ ਅਸਥਿਤ ਹੋ ਕੇ ਇਸ ਵਿੱਚ ਪ੍ਰਕਾਸ਼ਮਾਨ ਅਚਰਜ ਵਸਤੂ ਨੂੰ ਪ੍ਰਾਪਤ ਕਰਦਾ ਹੈ। ਇਹੋ ਅਜੱਪਾ ਜਾਪ ਤਥਾ ਸਹਿਜ ਅਵਸਥਾ ਹੈ। ਸੋ ਬ੍ਰਹਮ ਰੂਪ ਬੇਅੰਨ ਅਖੜੀਆਂ ਨਾਲ ਗੁਰਬ ਅਨਭਉ ਪੁਰਖ ਦਿਖਾਰਿਆ ਜੀਓ ਅਤੇ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਦਾ ਸਮਦਰਸ਼ਨ
ਸਾਰੀਆਂ ਆਤਮਾਵਾਂ ਵਿੱਚੋਂ ਉਦੋਂ ਸੁੱਤੇ ਹੀ ਦਿਸਣ ਲੱਗ ਪੈਂਦਾ ਹੈ, ਜਦੋਂ ਨੇਤਰਾਂ ਵਿੱਚ ਨਾਮ ਸ਼ਕਤੀ ਦਾ ਪ੍ਰਵੇਸ਼ ਹੋ ਜਾਂਦਾ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।